बिस्मिल्लाहिर्रहमानिर्रहीम अस्सलाम वालेकुम। वेलकम टू द फार्मिंग टिप्स। मोअज़्ज़ज़ नाज़रीन, कैसे हैं आप नाज़रीन? आज की इस वीडियो में हम इन बुज़ुर्गों का डेयरी फार्म आपको दिखाएंगे और इनसे हम डेयरी फार्म की फ़िज़िबिलिटी का अहाता करने की कोशिश करेंगे। तो चलें, आपका टाइम ज़ाया किए बगैर वीडियो प्रॉपरली स्टार्ट करते हैं। तो जी नाज़रीन, ये डेयरी फार्म का ज़रा ओवरव्यू देख लें। ये पानी वाला हौज़ है, मोटर, चारा 250 रुपये मन इनको मिला है। इसके साथ ही तूड़ी के बॉक्सेस, ये मशीन, ये चारे को ट्रांसपोर्ट करने के लिए रेड़ा, जानवर, छोटे छोटे कट्टे देख लीजिए, भैंसें हैं ज़बरदस्त। एक शेड के पीछे भी एक छोटा सा शेड है, आप देख लीजिए। सामने भी भैंसें बंधी हुई हैं, इसके पीछे भी हैं, देखिए ज़रा। ये इनकी गाय है, ये पीछे भी इसके आपको नज़र आ रहे होंगे जानवर बंधे हुए हैं। गोबर है, बारिश की वजह से सफाई इतनी नहीं है जिसकी वजह से आगे नहीं जा पाऊँगा, तो इधर से ही देख लीजिए। ये इनकी डेयरी फार्म का ओवरऑल व्यू था। अस्सलाम वालेकुम। वालेकुम सलाम। बाबा जी की हाल है? खैर है, शुक्र है। की ना है ਤੁਹਾਡਾ? अकरम जी। अकरम साहब जी। ਤੇ ਇਹ ਦੱਸਿਆ ਜੇ ਕਿ ਜਗ੍ਹਾ ਕਿਹੜੀ ਹੈ ਜਿੱਥੇ ਤੁਸੀਂ ਇਹ ਫਾਰਮ ਬਣਾਇਆ ਮੱਝਾਂ ਦਾ? सरदार वाली। ਸਰਦਾਰ ਵਾਲੀ। हाँ जी। ਠੀਕ ਹੈ। ਤੇ ਕਿੰਨੇ ਡੰਗਰ ਰੱਖੇ ਹੋਏ ਨੇ ਤੁਸੀਂ? डंगर जी 13। 13 ਡੰਗਰ ਰੱਖੇ ਨੇ। ਤੇ ਮੱਝਾਂ ਕਿੰਨੀਆਂ ਨੇ ਇਹਦੇ ਵਿੱਚ? 10 मज्जां ने। 10 ਮੱਝਾਂ ਨੇ ਤੇ ਗਾਵਾਂ 3 गायें। 3 ਗਾਵਾਂ ਨੇ। हाँ जी। ਤੇ ਇਹ ਦੱਸੋ ਕਿ ਮੱਝਾਂ ਕਿਹੜੇ ਇਲਾਕੇ ਚੋਂ ਤੁਸੀਂ ਲੈ ਕੇ ਆਏ ਹੋ? मज्जां लैके आने आरफ वाली, ਸਹੀ ਹੈ। चीचा वतनी। ठीक है। हाँ जी। काड़ी जितों जितों मिले, सही है। लुडन शहर उतों लैंदियां। सही है। हाँ जी। ਤੇ ਦੂਸਰੇ ਨੰਬਰ ਤੇ ਆ ਦੱਸਦੇ ਪਏ ਕਿ ਗਾਵਾਂ ਵੀ ਹੈ ਨੇ, ਤੇ ਗਾਵਾਂ ਕਿੱਥੋਂ ਲਈਆਂ ਜੇ? ਮੰਡੀ ਤੋਂ ਜਾਂ ਕਿਸੇ ਡੇਰੇ ਤੋਂ? गायियां इतों मंडी तो ली। ਮੰਡੀ ਤੋਂ। ਤੇ ਮੱਝਾਂ ਵੀ ਡੇਰੇ ਤੋਂ ਲਾਇਆ ਜਾਂ ਮੰਡੀ ਤੋਂ ਲਾਇਆ ਉਹਨਾਂ ਇਲਾਕੇ? मंडी तो उस इलाके च लैके आने। ਮੰਡੀ ਤੋਂ ਲਾਇਆ। ਮੰਡੀ ਤੋਂ ਲਾਇਆ। ਮੰਡੀ ਵਾਲੀਆਂ ਬਿਹਤਰ ਹੁੰਦੀਆਂ ਜਾਂ ਡੇਰੇ ਵਾਲੀਆਂ? नहीं, ਜਿਹੜੀ ਬਾਹਰ ਵਾਲੀ ਬਿਹਤਰ ਹੁੰਦੀਆਂ ਨੇ। ਸਹੀ ਹੈ। ਯਾਨੀ ਡੇਰੇ ਤੋਂ ਲਵੋ ਤੇ ਉਹ ਸਹੀ ਰਹਿ ਜਾਂਦੀ, ਮੰਡੀ ਵਾਲੀ ਨਹੀਂ ਸਹੀ। ਮੰਡੀ ਵਾਲੀ ਨਹੀਂ ਸਹੀ ਰਹਿੰਦੀ। ਮੰਡੀ ਦਾਲ ਆਂਦੇ ਮੰਡੀ ਦੀ। ਮੰਡੀ ਦਾਲ ਹੈ ਨੇ। ਦਾਲ ਆਂਦੇ। ਅੱਛਾ ਚਾਚਾ, ਇਹ ਦੱਸੋ ਕਿ ਸਵੇਰ ਤੋਂ ਲੈ ਤੇ ਸ਼ਾਮ ਤੱਕ ਤੁਸੀਂ ਇਹਨਾਂ ਨੂੰ ਕੀ ਖਵਾਉਂਦੇ ਹੋ? ਕੋਈ ਰੂਟੀਨ ਇਹਨਾਂ ਦੀ ਦੱਸੋ। ਰੂਟੀਨ ਹੈ, ਅਸਾਂ ਸਵੇਰੇ ਪਹਾੜਾ ਪਾਣਾ। ਸਹੀ ਹੈ। ਤੇ ਫਿਰ ਬਾਅਦ ਵਿੱਚ ਜਿਹੜੇ 10 ਵਜੇ ਪੱਠੇ ਪਾ ਦੇਣੇ। ਸਹੀ ਹੈ। ਤੇ ਫਿਰ ਪਿਛਲੇ ਪੈਰ ਜਾ ਕੇ ਆਹ ਧਾਰ ਜੋ ਕੱਢਣੀ ਹੈ, ਫਿਰ ਇਹਨੂੰ ਵੰਡਾ ਪਾਣਾ। ਫਿਰ ਧਾਰ ਕੱਢਣੀ ਤੇ ਪਾਣੀ ਡਾਣਾ ਪਿਛਾ ਕਰੀ ਜਾਣਾ। ਅੱਛਾ ਬਜ਼ੁਰਗੋ, ਤੁਹਾਡਾ ਕਿੰਨਾ ਤਜਰਬਾ ਹੋ ਗਿਆ ਜਾਨਵਰਾਂ ਨੂੰ ਰੱਖਿਆ? ਮੈਨੂੰ ਤਜਰਬਾ ਹੋ ਗਿਆ ਜੀ, 13 ਸਾਲ ਹੋ ਗਏ ਜੀ ਇੱਥੇ। ਅੱਛਾ, ਆਪਣੇ ਤਜਰਬੇ ਦੀ ਬੁਨਿਆਦ ਤੇ ਦੱਸੋ ਕਿ ਇਹ ਜਿਹੜਾ ਕੰਮ ਹੈ ਜਾਨਵਰ ਰੱਖਣ ਵਾਲਾ, ਹਾਂਜੀ, ਇਹ ਮੁਨਾਫਾ ਬਖਸ਼ ਹੈ ਕਿ ਕੋਈ ਨੁਕਸਾਨ ਦਾ ਖਦਸ਼ਾ ਵੀ ਹੁੰਦਾ ਹੈ? ਨਹੀਂ, ਨੁਕਸਾਨ ਹੀ ਹੈ। ਮੁਨਾਫਾ ਬਾਅਦ ਤੁਹਾਨੂੰ ਪਤਾ ਮਹਿੰਗਾਈ ਬੜੀ ਹੈ, ਵੰਡਾ ਬੜਾ ਮਹਿੰਗਾ, ਪੱਠਾ ਬੜਾ ਮਹਿੰਗਾ। ਅੱਜ ਲੈ ਕੇ ਆਏ ਪੱਠੇ 250 ਤੋਂ ਮਣ, 250 ਤੋਂ ਮਣ ਲੈ ਕੇ ਆਏ। ਸਬਜ਼ ਚਾਰਾ ਲੈ ਕੇ ਆਏ 250 ਤੋਂ ਮਣ। ਤੇ ਇੱਕ ਜਾਨਵਰ ਕਿੰਨੇ ਮਣ ਖਾ ਜਾਂਦਾ? ਮਣ ਖਾਈ ਜਾਂਦਾ ਖੁੱਲਾ ਖੁੱਲਾ। ਯਾਨੀ ਇੱਕ ਜਾਨਵਰ 250 ਦਾ ਪੱਠਾ ਖਾ ਗਿਆ। ਖਾ ਗਿਆ ਪੱਠਾ। ਤੂੜੀ ਵੀ ਪਾਈ ਇਹਦੇ ਚ? ਨਹੀਂ, ਤੂੜੀ ਨਹੀਂ ਪਾਉਂਦੇ, ਕੱਲਾ ਰਾ ਪੱਠਾ। ਕੱਲਾ ਰਾ ਤੇ ਪੱਠਾ। ਵੰਡਾ ਪਾਉਂਦੇ ਕੋਈ ਮੇਰਾ 4 ਕਿਲੋ। ਉਹ ਕਿੰਨੇ ਦਾ ਪੈ ਜਾਂਦਾ ਹੈ? ਉਹ ਕਿੰਨੇ ਉਹ ਹਿਸਾਬ ਕਰ ਲਓ, 25-30 ਰੁਪਏ ਹੋਣਾ ਕਿਲੋ। 40। ਹਾਂ, 25-40 ਰੁਪਏ ਕਿਲੋ। ਤੇ 4 ਕਿਲੋ 4 ਤੋਂ ਹੁਣ 160 ਦਾ ਵੰਡਾ ਹੋ ਗਿਆ। 250 ਦੇ ਪੱਠੇ ਹੋ ਗਏ। ਪੱਠੇ ਹੋ ਗਏ। ਇਹ ਕਿੰਨੇ ਬਣੇ? 400 ਦੇ 10 ਰੁਪਏ। 410 ਰੁਪਏ। ਤੇ ਜਿਹੜਾ ਬੰਦਾ ਉੱਤੇ ਕੰਮ ਕਰਦਾ ਉਹਦੀ ਵੀ ਵਿੱਚ ਕੋਈ ਦਿਹਾੜੀ? ਦਿਹਾੜੀ ਹੈ ਨਾ ਉਹਦੀ, ਬਿਜਲੀ ਦਾ ਖਰਚ, ਪਾਣੀ ਦਾ ਖਰਚ, ਉਸ ਤੋਂ 400 ਰੁਪਏ ਉਹਦੀ ਦਿਹਾੜੀ ਹੈ। 400 ਦੀ ਦਿਹਾੜੀ ਹੈ? ਦਿਹਾੜੀ ਹੈ। ਉਹ ਤੇ ਇੱਕ ਡੰਗਰ ਤੇ ਨਹੀਂ ਨਾ ਕੰਮ ਕਰਦਾ? ਨਹੀਂ, ਕਿਤੇ ਨਹੀਂ ਕਰਦਾ, ਮਿਸਾਲ 10 ਤੇ ਕਰਦਾ। ਚਲੋ 50 ਰੁਪਏ ਉਹਦੇ ਤੁਸੀਂ ਲਾ ਲਓ। 50 ਰੁਪਏ ਲਾ ਲਓ। 450 ਰੁਪਏ ਇੱਕ ਜਾਨਵਰ ਦਾ ਖਰਚਾ ਆ ਗਿਆ ਤਕਰੀਬਨ। 460 ਰੁਪਏ। 460। ਤੇ ਉਹ ਜਾਨਵਰ ਦੁੱਧ ਕਿੰਨਾ ਦਿੰਦਾ ਇੱਕ ਜਾਨਵਰ? ਦੁੱਧ ਦਿੰਦਾ ਜੀ 6 ਕਿਲੋ। ਮਸਾਲਾ ਕਿ ਸਾਡੇ ਕੋਲ ਖੰਗੜਾ ਮਾਲ ਹੈ। ਹਾਂਜੀ। ਸੂਣ ਵਾਲੇ ਦੀ ਗੱਲ ਕਰੋ। ਸੂਣ ਵਾਲੇ ਸੂਆ ਜਿਹੜਾ ਤਾਜ਼ਾ ਨਾ, ਉਹ 15 ਕਿਲੋ ਦੁੱਧ ਦੇਗਾ ਜਾਂ 14 ਕਿਲੋ ਦੇਗਾ। 14 ਕਿਲੋ। ਉਹ ਕਿੰਨੇ ਦਾ ਬਣਨਾ? ਕਿੰਨੇ ਰੁਪਏ ਕਿਲੋ ਇੱਥੇ? ਇੱਥੇ 100 ਤੋਂ 90 ਤੇ 100 ਤੋਂ 90। ਚਲੋ ਜੇ 90 ਤੋਂ ਹੀ ਲਾਈਏ ਜਾਂ 100 ਤੋਂ ਲਾਈਏ ਤੇ 14-1500 ਦਾ ਦੁੱਧ ਬਣ ਜਾਂਦਾ। 14-1500 ਤੇ 4-500 ਖਰਚ ਹੋ ਗਿਆ, ਫਿਰ ਤੇ ਮੁਨਾਫਾ ਹੀ ਹੋਇਆ ਨਾ। ਹਾਂ, ਲੈਰੇ ਡੰਗਰ ਵਾਸਤੇ ਮੁਨਾਫਾ। ਲੈਰੇ ਡੰਗਰ ਚ ਮੁਨਾਫਾ ਹੈ, ਸੁੱਕੇ ਚ ਮੁਨਾਫਾ ਨਹੀਂ। ਸੁੱਕੇ ਜੋ ਖੰਗੜਾ ਹੋ ਜਾਣਾ, ਫਿਰ ਉਹ ਪੱਲਿਓਂ ਪੈਂਦਾ। ਫਿਰ ਪੱਲਿਓਂ ਪੈਂਦਾ ਕਿਉਂਕਿ 4-500 ਖਰਚ ਹੋਣਾ, ਦੇ ਉਹ ਕੁਝ ਨਹੀਂ ਰਿਹਾ। ਦੇ ਕੁਝ ਨਹੀਂ ਰਿਹਾ। 3 ਕਿਲੋ ਜਾਂ 4 ਕਿਲੋ 5 ਕਿਲੋ ਦੇਗਾ। ਹੱਦ ਬੜੀ ਚੰਗੀ ਰਹੇਗੀ, ਮੈਂ ਤੇ 6 ਕਿਲੋ ਦੇਗੀ ਖੰਗੜੀ ਹੋਈ ਦੋਵਾਂ ਟਾਈਮਾਂ ਦਾ। ਅੱਛਾ ਬਜ਼ੁਰਗੋ, ਜਿਹੜਾ ਤੁਸੀਂ ਆਂਦੇ ਹੋ ਖਾਂਗੜਾ ਹੋਇਆ, ਜਦੋਂ ਉਹ ਲੈਰਾ ਸੀ ਉਹਨੇ ਪਿੱਛੇ ਆਪਣਾ ਬੱਚਾ ਵੀ ਤੇ ਛੱਡਿਆ ਸੀ ਨਾ? ਹਾਂ, ਬੱਚਾ ਤੇ ਐਸੇ ਬੱਚੇ 8 ਮਹੀਨੇ ਦੁੱਧ ਦੇ ਕੇ ਤੁਹਾਨੂੰ 8 ਮਹੀਨੇ ਦਾ ਬੱਚਾ ਦਿੱਤਾ ਹੈ। ਹਾਂਜੀ। ਉਹ 15-16 ਹਜ਼ਾਰ ਦਾ ਤੋਂ ਵੀ ਵਿਕਿਆ ਹੋਣਾ?
ਉਹ ਸਾਡੇ ਕੋਲ ਤਾਂ ਮਰ ਜਾਂਦੇ ਜੇ, ਬਾਕੀ ਜੇ ਬਚਿਆ ਰਹੇ ਤਾਂ 15-16 ਹਜ਼ਾਰ ਤਾਂ ਵਿਕ ਜਾਂਦੇ। ਵਿਕ ਜਾਂਦਾ ਨਾ ਵਿਕ ਜਾਂਦੇ। ਤੇ ਫਿਰ ਉਹਦਾ ਸੁੱਕੇ ਟਾਈਮ ਦਾ ਪੱਠੇ ਦਾ ਖਰਚਾ ਪੂਰਾ ਨਹੀਂ ਕਰਦਾ? ਉਹ ਕਰ ਜਾਂਦੇ ਪੂਰਾ। ਕਰ ਜਾਂਦਾ ਤੇ ਫਿਰ ਘਾਟੇ ਬੰਦਾ ਸੌਦਾ ਤੇ ਨਾ ਹੋਇਆ ਫਿਰ ਤੇ ਸੌਦਾ ਚੰਗਾ ਹੀ ਹੈ। ਨਹੀਂ ਫਿਰ ਤੁਹਾਨੂੰ ਪਤਾ ਇਹਦੇ ਤੇ ਘਾਟੇ ਵਾਧੇ ਹੁੰਦੇ ਬਚ ਜਾਏ ਤਾਂ ਫਿਰ ਫਾਇਦਾ ਹੈ, ਬਚੇ। ਨਾ ਬਚੇ ਤਾਂ ਸਾਡੇ ਕੋਲ ਤਾਂ ਜਾ ਬਚਦੇ ਕੋਈ ਨਹੀਂ ਨਾ। ਕੀ ਵਜ੍ਹਾ ਬਜ਼ੁਰਗੋ ਜਾ ਕਿਉਂ ਨਹੀਂ ਬਚਦੇ? ਜਾਂ ਅਸੀਂ ਜਿਹੜੀ ਸਾਡੀ ਗੌਰ ਨਹੀਂ ਨੌਕਰ ਕਰਦੇ ਹੈ ਘੱਟ ਛੱਡਦੇ ਨੇ। ਹਾਂ ਦੁੱਧ ਮਾਲਕਾਂ ਦਾ ਘੱਟ ਕਰੋ, ਦੁੱਧ ਘੱਟ ਕਰਦੇ, ਪਾਣੀ ਪਿਲਾ ਰਿਹਾ ਕਿਸੇ ਵੇਲੇ ਦੁੱਧ ਜ਼ਿਆਦਾ ਪਿਲਾ ਰਿਹਾ ਤੇ ਜਾ ਜਿਹੜਾ ਖਤਮ ਫਟਕ ਜਾਂਦਾ। ਠੀਕ ਹੋ ਗਿਆ। ਹਾਂ। ਅੱਛਾ ਚਾਚਾ, ਹਾਂਜੀ ਇਹਦੇ ਵਾਸਤੇ ਕੀ ਕਰਨਾ ਚਾਹੀਦਾ ਕਿ ਤੁਹਾਡੀ ਮੱਝ ਸੂਆ ਮਾਰ ਨਾ ਕਰੇ? ਬਾਅਦ ਲੋਕਾਂ ਦੇ ਡੰਗਰ ਇੱਕ ਵਾਰ ਸੂਣ ਤੋਂ ਬਾਅਦ ਸਾਲ ਬਾਅਦ ਸੁਣਦੇ ਹੀ ਨਹੀਂ, ਉਹਦੇ ਵਾਸਤੇ ਕੀ ਹੱਲ ਹੈ? ਕੋਈ ਵਿੱਚ ਮਾਲੀ ਛੱਡਣਾ ਚਾਹੀਦਾ ਹੈ? ਨਹੀਂ ਮਾਲੀ ਹੋਣੇ ਚਾਹੀਦੇ ਲਾਜ਼ਮੀ, ਮੱਝਾਂ ਦੇ ਵਿੱਚ ਮਾਲੀ ਲਾਜ਼ਮੀ ਹੈ। ਮੱਝਾਂ 'ਚ ਮਾਲੀ ਹੋਏ ਤੇ ਫਿਰ ਕੰਮ ਠੀਕ ਆ ਫਿਰ ਕੰਮ ਠੀਕ ਹੈ, ਪਤਾ ਪਿਆ ਲੱਗਦਾ ਨਾ ਮੱਝਾਂ ਕਈ ਮੂੰਹ ਬੋਲਦੀਆਂ ਕਈ ਨਹੀਂ ਬੋਲਦੀ। ਹਾਂ 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 ਠੀਕ ਹੈ। ਅੱਛਾ ਇੱਕ ਮੱਝ ਨਵੀਂ ਹੋਈ ਹੈ, ਉਹਨੇ ਕਿੰਨੇ ਮਹੀਨੇ ਬਾਅਦ ਸੋਣਾ? ਉਹਨਾਂ ਜੀ 10 ਮਹੀਨੇ ਬਾਅਦ 11ਵੇਂ ਦੇ ਥੋੜੇ ਦਿਨ ਲੈਣੇ। 10 ਮਹੀਨਿਆਂ 'ਚ ਉਹਦਾ ਪੱਠਾ ਕਿਸ ਕਿਸਮ ਦਾ ਹੋਣਾ ਚਾਹੀਦਾ ਕਿ ਉਹਦਾ ਸੂਆ ਸਹੀ ਰਹੇ? ਉਹਦਾ ਪੱਠਾ ਮੇਰਾ ਨਾਰਮਲ ਹੀ ਹੋਣਾ ਚਾਹੀਦਾ, ਫਿਰ ਵੰਡਾ ਵੀ ਥੋੜਾ ਹੀ ਹੋਣਾ ਚਾਹੀਦਾ। ਇਹਨਾਂ ਨੇ ਕਿਉਂ ਸੁੱਕਾ ਜੋ ਇੱਕ ਡੰਗਰ ਸੁੱਕ ਜਾਂਦਾ ਉਹ ਤਾਂ ਵਾਰੇ ਚ ਨਹੀਂ ਨਾ ਖਾਂਦਾ। ਠੀਕ ਹੈ। ਹਾਂ ਸੂਣ ਵਾਲੇ ਡੰਗਰ ਨੂੰ ਸੂਣ ਤੋਂ ਪਹਿਲੇ ਕੋਈ ਘਿਓ ਸ਼ੋ ਘਿਓ 1 ਮਹੀਨਾ ਰਹਿੰਦਾ ਹੋਵੇ 20 ਦਿਨ ਰਹਿੰਦੇ ਹੋਣ ਉਹਨੂੰ ਘਿਓ ਕਿਲੋ ਦਿਓ, ਜਿੰਨਾ ਵੀ ਤੁਹਾਨੂੰ ਪੁੱਜ ਪੈਂਦਾ ਘਿਓ ਦਿਓ। ਠੀਕ ਹੈ। ਕੋਈ ਹਫਤਾ ਰਹਿੰਦਾ ਨਾ ਸੂਣ ਵਿੱਚ ਤੇ ਉਹਦਾ ਘਿਓ ਬੰਦ ਕਰ ਦਿਓ। ਠੀਕ ਹੈ। ਹਾਂਜੀ ਕਿਉਂ ਡੰਗਰ ਦਾ ਅੰਦਰ ਜਾ ਨਰਮ ਹੋ ਜਾਂਦਾ, ਠੀਕ ਹੈ। ਪਿੱਛੇ ਦਾ ਡਰ ਹੁੰਦਾ ਪਿੱਛਾ ਨਾ ਦੇ ਮੱਝ। ਫਿਰ ਜੇ ਮੱਝ ਸੂ ਪੈਂਦੀ ਖੈਰੀ ਮੇਰੀ ਹਾਂਜੀ ਫਿਰ ਕੋਈ 10 ਦਿਨਾਂ ਤੋਂ ਬਾਅਦ ਜਿਹੜਾ ਨਾ ਭਾਵੇਂ ਘਿਓ ਦਿਓ ਜੋ ਮਰਜ਼ੀ ਪੇ ਪਾਓ, ਵੰਡਾ ਜਿਹੜਾ ਪੀਣ ਨਾ ਪਾਓ। ਪਹਿਲੇ ਜਦੋਂ ਤਾਜ਼ੀ ਸੁੰਦੀ ਹੈ ਵੰਡਾ ਹਿਸਾਬ ਦਾ ਰੱਖੋ, ਕਿਉਂ ਡਰ ਰਹਿੰਦਾ ਡੰਗਰ ਪਿੱਛਾ ਨਾ ਦੇ ਜੇ, ਡੰਗਰ ਬਹਿ ਨਾ ਜਾਏ। ਦੁੱਧ ਬਹਿ ਵੀ ਜਾਂਦੀ ਹੈ, ਕਈ ਲੋਕ ਹੁੰਦੇ ਨੇ ਵੰਡਾ ਜਿਹੜਾ ਬਹੁਤ ਪਾਉਂਦੇ ਨੇ ਜੀ ਜੀ ਤੇ ਵੰਡਾ ਜ਼ਿਆਦਾ ਪਾਉਂਦੇ ਮਾਲ ਜਿਹੜਾ ਬਹਿ ਜਾਂਦਾ। ਠੀਕ ਹੈ। ਯਾਨੀ ਜਦੋਂ ਤਾਜ਼ਾ ਸੂਆ ਡੰਗਰ ਹੈ ਉਹਨੂੰ ਵੰਡਾ ਘੱਟ ਪਾਣਾ, ਘੱਟ ਪਾਉਣਾ ਚਾਹੀਦਾ, ਕੋਈ 10 ਦਿਨ ਹਫਤਾ। ਆਟਾ ਚੰਗੀ ਤਰ੍ਹਾਂ ਸਟਾਉਣ ਵਾਸਤੇ ਕੀ ਕਰਨਾ ਚਾਹੀਦਾ? ਆਟਾ ਐਸੇ ਵਾਸਤੇ ਵੰਡਾ ਤਾਂ ਹੀ ਰੱਖਣਾ ਘੱਟ, ਜੇ ਜ਼ਿਆਦਾ ਪਾਵਾਂਗੇ ਨਾ ਆਟਾ ਹੈ ਫਿਰ ਸੁੱਟ ਦੇਗਾ ਇਨਸ਼ਾਅੱਲਾ। ਠੀਕ ਹੈ। ਤੇ ਜੇ ਗਰਮੀ ਦਾ ਮੌਸਮ ਹੈ ਮਿਸਾਲ ਹੈ ਤੇ ਜ਼ਿਆਦਾ ਕੌੜੀ ਖਾ ਰੱਖਣੀ, ਫਿਰ ਜ਼ਿਆਦਾ ਕੋੜੀ ਖਾ ਲੈ। ਕੌੜੀ ਖਾ ਫਿਰ ਸੂਣ ਤੋਂ ਪਹਿਲੇ ਕੀ ਦੇਣਾ ਹੈ? ਗਰਮੀਆਂ 'ਚ ਤੇ ਇਹੋ ਤੇਲ ਤੂਲ ਪਹਿਲੇ ਦੇਈ ਦੇਣਾ। ਠੀਕ ਹੈ। ਇਹਨਾਂ ਦਿਨਾਂ 'ਚ ਘਿਓ ਨਹੀਂ ਦੇਈਦਾ? ਘਿਓ ਨਹੀਂ ਦੇਈ ਦੇਣਾ ਦਿਨਾਂ 'ਚ। ਹਾਂ। ਅੱਛਾ ਚਾਚਾ ਜੀ, ਕਿਹੜੀ ਨਸਲ ਦੇ ਤੁਸੀਂ ਜਾਨਵਰ ਰੱਖੇ ਨੇ? ਸਾਡੇ ਜੀ ਆਪਣੇ ਕਾੜਾ ਇਹ ਦੂਜੀਆਂ ਨੀਲੀ ਦੀਆਂ ਨੇ ਸਾਡੇ ਕੋਲ, ਲੁੱਡਨ ਸ਼ਹਿਰ ਦੀਆਂ ਨੇ। ਹਾਂਜੀ ਇਹ ਨਸਲ ਦਾ ਕੀ ਫਾਇਦਾ ਰੱਖਣ ਦਾ? ਤੁਸੀਂ ਫਾਇਦਾ ਕੀ ਹੈ, ਇਹ ਜਿਹੜੀ ਨਸਲ ਨੇ ਦੁੱਧ ਜਿਹੜੇ ਚੰਗਾ ਦਿੰਦੀਆਂ ਨੇ। ਜਿਹੜੀ ਮੱਝ ਇੱਧਰ ਦੀ ਹੋਈ ਦੀ ਸਾਡੀ ਪੰਜਾਬ ਦੀ, ਇੱਧਰ ਸਾਡੇ ਸਿਆਲਕੋਟ ਇਲਾਕੇ ਦੀ, ਉਹਦਾ ਇੰਨਾ ਟਾਈਮ ਨਹੀਂ ਹੁੰਦਾ, 2 ਮਹੀਨੇ 4 ਮਹੀਨੇ ਇਹਨਾਂ ਦੁੱਧ। ਇਹ ਜਿਹੜੀਆਂ ਮੱਝਾਂ ਸਾਡੀਆਂ ਸਾਲ ਵੀ ਜਿਹੜੀਆਂ ਨੇ ਟੁਰੀਆਂ ਤੇ ਦੁੱਧ ਖੰਗੜਾਂ ਤੇ ਫਿਰ ਵੀ ਦੁੱਧ ਦਿੰਦੀ ਨੇ, ਦੁੱਧ ਦਿੰਦੀਆਂ ਹੀ ਰਹਿਣ ਸੁੱਕਦੀਆਂ। ਇਹ ਤਾਂ ਹੁੰਦਾ ਸਿਰ ਮੱਝ 18-20 ਕਿਲੋ ਦੁੱਧ ਦਿੰਦੀ ਤੇ ਇਹਨਾਂ ਛੱਡੀ ਨਹੀਂ, ਨਾਲੇ ਮੱਝ ਬਿਮਾਰ ਹੋ ਗਈ ਸੀ। ਹੁਣ ਮੱਝ ਦਿੰਦੀ ਪਈ 1 ਕਿਲੋ, ਇੱਕ ਦਿਨ ਛੱਡੀ ਤੇ ਮੱਝ ਸੂ ਪਈ। ਹਾਂ। ਅੱਛਾ ਤੇ ਕਿਹੜੇ ਸ਼ਹਿਰ ਚੋਂ ਖਰੀਦ ਕੇ ਲਿਆਂਦੇ ਹੋ ਤੁਸੀਂ? ਅਸੀਂ ਕਾੜੀਆਂ, ਆਰਫ ਵਾਲੀਆਂ, ਤਾਂਦਲੀਆਂ। ਉਸ ਦਿਨ ਕਿੰਨੀ ਕੀਮਤ ਹੁੰਦੀ ਹੈ? ਹੈ ਉਸ ਦਿਨ ਕਿੰਨੀ ਕੀਮਤ ਹੁੰਦੀ ਹੈ ਇੱਕ ਮੱਝ ਦੀ ਸੂਣ ਵਾਲੀ ਦੀ ਜਾਂ ਸੂਈ ਦੀ? ਉਸ ਤਾਂ ਨਾ ਹਾਂ। ਹੁਣ ਤਾਂ 3 ਲੱਖ ਤੇ ਜਾ ਰਹੀ ਜੀ। 3 ਲੱਖ ਤੇ? ਹਾਂ 3, 2.5, 3। ਮੱਝ ਸੂਈ ਲੈਣੀ ਚਾਹੀਦੀ ਹੈ ਕਿ ਸੂਣ ਵਾਲੀ? ਮੱਝ ਸੂਈ ਲੈਣੀ ਚਾਹੀਦੀ। ਉਹਦੇ 'ਚ ਕੀ ਫਾਇਦਾ ਰਹਿੰਦਾ? ਉਹਦੇ ਫਾਇਦਾ ਹੁੰਦਾ ਆਪਣੇ ਥਾਂ ਤੋਂ ਵੇਖ ਲੈਣੇ ਨੇ। ਹਾਂਜੀ ਠੀਕ ਹੈ। ਇਹਦੇ ਕੋਈ ਗਲਤੀ ਨਹੀਂ, ਕਿਤੇ ਇਹਨੂੰ ਪਿਛਲੇ ਸਾਲ ਸਾੜੂ ਤੇ ਨਹੀਂ ਪਿਆ, ਠੀਕ ਹੈ। ਪਤਾ ਲੱਗ ਜਾਏਗਾ ਤੁਹਾਨੂੰ। ਠੀਕ ਹੈ। ਹਾਂਜੀ ਤੁਹਾਂ ਗੱਲ ਕੀਤੀ ਸਾੜੂ ਦੀ। ਹਾਂਜੀ ਮੱਝ ਦੇ ਥਾਂ ਨੂੰ ਸਾੜੂ ਪੈਈਏ ਜਾਂ ਪਿਆ ਹੋਏ, ਉਹਦਾ ਕੀ ਹੱਲ ਕਰਦੇ ਹੋ ਹਾਂ, ਦੇਸੀ? ਦੇਸੀ ਹੱਲ ਹੈ ਇਹ ਸਾਲੋਂ ਨੂੰ ਸਾੜੂ ਪਿਆ ਨਾ, ਥੋਮ ਦੇਣਾ, ਮਿਰਚਾਂ ਦੇਣੀਆਂ ਤੇਲ ਪਾ ਕੇ। ਹਾਂਜੀ ਦੇਸੀ ਮਿਰਚ ਲਾਲ ਜਿਹੜੀ ਇਹ ਦੇ ਦੀ, ਤਾਂ ਅੱਲਾ ਕਿਤਾ ਠੀਕ ਹੋ ਜਾਏਗੀ। ਕਿੰਨੇ ਕੁ ਦਿਨ? ਹੈ ਉਹ 4-5 ਦਿਨ। ਸਾੜੂ ਤੋਂ ਇਲਾਵਾ ਕਿਹੜੀ ਕਿਹੜੀ ਬਿਮਾਰੀ ਜਾਨਵਰ ਨੂੰ ਲੱਗ ਸਕਦੀ ਹੈ? ਬਿਮਾਰੀਆਂ ਤਾਂ ਬਥੇਰੀਆਂ ਲੱਗ ਜਾਂਦੀਆਂ, ਨਾੜ ਵੀ ਪੈ ਸਕਦੀ ਤੁਹਾਨੂੰ। ਹਾਂਜੀ ਅੱਛਾ ਤੇ ਉਹ ਕੀ ਮੇਂਢਕੀ ਹੋ ਸਕਦੀ ਹੈ, ਤੇ ਮੇਂਢਕੀ ਦਾ ਇਲਾਜ ਘੱਟ ਹੀ ਹੈ। ਤੇ ਨਾੜੂ ਦਾ ਕੀ ਇਲਾਜ? ਜਿਹੜੀ ਨਾੜ ਪੈ ਜੇ ਤੇ ਉਹਦਾ ਵੀ ਨਹੀਂ। ਉਹਦਾ ਵੀ ਕੋਈ? ਹਾਂ ਸਾੜੂ ਦਾ ਇਲਾਜ ਹੈ, ਸਿਰਫ ਸਾੜੂ ਪੈ ਜਾਓ ਤੇ ਥਣ ਬਚ ਸਕਦਾ ਹੈ। ਹਾਂਜੀ ਹੋਰਾਂ ਹੀ ਥਣ ਨਹੀਂ ਬਚਦਾ, ਨਾੜ ਪੈ ਗਈ ਉਹ ਵੀ ਥਣ ਖਤਮ ਹੋ ਜਾਏਗਾ। ਠੀਕ ਹੈ। ਹਾਂ ਤੇ ਜੇ ਮੇਂਢਕੀ ਪੈ ਜਾਏ ਤਾਂ ਕੋਈ ਕਾਰੀਗਰ ਲੱਭ ਜੇ। ਹਾਂਜੀ ਉਹਨਾਂ ਇਲਾਕਿਆਂ 'ਚ ਕਾਰੀਗਰ ਹੈ ਨਾ, ਮਸਾਲਾ ਜੀ ਤੋਂ ਮੱਝਾਂ ਲੈ ਕੇ ਆਉਂਦੇ, ਉਹ ਫਿਰ ਉਹਦੀ ਜਿਹੜੀ ਗਿਲਟੀ ਇਹਨੂੰ ਬਲੇਟ ਲੈਣਗੇ, ਉਹ ਕੱਢ ਲੈਣਗੇ ਤੇ ਥਾਂ ਨਾਲ ਲਾ ਕੇ ਤੇ ਝਾੜੂ ਹੋ ਜਾਏਗਾ। ਆਂਦੇ ਨੇ ਫੁੱਲ ਮਧਾਣੀ ਆਪਰੇਸ਼ਨ ਕਰੀਏ ਤਾਂ ਨਿਕਲ ਜਾਂਦਾ? ਆਹੋ ਹੀ ਗੱਲ ਹੈ ਨਾ, ਉਹ ਵੀ ਤਜਰਬਾਕਾਰ ਬੰਦਾ ਹਾਰੀ ਸਾਰੀ ਨਹੀਂ ਕਰ ਸਕਦੀ। ਠੀਕ ਹੈ। ਹਾਂ ਉਹ ਕੋਈ ਕਰ ਸਕਦਾ। ਹਾਂਜੀ ਅੱਛਾ ਅਗਰ ਕਿਸੇ ਨਵੇਂ ਬੰਦੇ ਜਾਨਵਰ ਰੱਖਣੇ ਹੋਣ ਹਾਂਜੀ ਤਾਂ ਉਹਨੂੰ ਤੁਸੀਂ ਕੀ ਮਸ਼ਵਰਾ ਦਿੰਦੇ ਹੋ ਕਿ ਉਹਨੂੰ ਰੱਖਣੇ ਚਾਹੀਦੇ ਨੇ, ਨਹੀਂ ਰੱਖਣੇ ਚਾਹੀਦੇ? ਨਹੀਂ ਅਸੀਂ ਤਾਂ ਠੀਕ ਹੈ, ਜਿਹਨੂੰ ਸ਼ੌਂਕ ਉਹ ਰੱਖੇ, ਪੱਲੇ ਦੀ ਗੱਲ ਹੈ ਸਾਰੀ। ਆਹ ਤੇ ਜਿਹਨੂੰ ਨਹੀਂ, ਆਪਣੇ ਮੱਖੀਆਂ ਨਹੀਂ ਛੱਡਦੇ, ਆਖੋਗੇ ਮੱਖੀ ਮੋੜਦਾ ਪਿਆ ਉੱਥੇ। ਹਾਂ
ਠੀਕ ਹੈ। ਅੱਛਾ ਚਾਚਾ, ਦੁੱਧ ਦੇਣ ਵਾਲੇ ਡੰਗਰ ਕੋਲੋਂ ਜ਼ਿਆਦਾ ਦੁੱਧ ਲੈਣ ਵਾਸਤੇ ਕਿਸ ਕਿਸਮ ਦਾ ਵੰਡਾ ਸਹੀ ਰਹਿੰਦਾ? ਘਰ ਦਾ ਦਲੀਆ ਦੁਲੀਆ ਸਹੀ ਰਹਿੰਦਾ ਜਾਂ ਜਿਹੜਾ ਬਾਜ਼ਾਰਾਂ 'ਚੋਂ ਮਿਲਦੇ ਨੇ ਬਣੇ ਬਣਾਏ ਵੰਡੇ ਉਹ ਠੀਕ? ਯਾਰ ਬਣਿਆ ਬਣਾਇਆ ਵੰਡਾ ਮਿਲਦਾ, ਉਹ ਗਰਮ ਬੜਾ ਹੁੰਦਾ। ਠੀਕ ਹੈ। ਬਾਕੀ ਉਹ ਦੁੱਧ ਨਾਲ ਡੰਗਰ ਦਿੰਦਾ, ਜਦੋਂ ਵੰਡਾ ਚੁੱਕ ਜਾਂਦੀਆਂ ਨਾ ਜੀ ਜੀ। ਮੱਝਾਂ ਦੁੱਧ ਜਿੰਨਾ ਖੀਰ ਮੱਝ ਦੇਣ ਵਾਲੀ ਹੋਵੇ ਦੁੱਧ ਜਿੰਨਾ ਖੀਰ ਦੇ ਲਈ। ਠੀਕ ਹੈ। 14 15 ਸਿਰ 14 ਸਿਰ 18 ਸਿਰ ਠੀਕ ਹੈ। ਸਾਰੀਆਂ ਨਹੀਂ ਦਿੰਦੀਆਂ, ਸਾਰੀਆਂ ਇਹੋ 12 ਸਿਰ 13 ਸਿਰ ਦੇ ਦੇਗੀ। ਇਹ ਸਾਡੇ ਕੋਲ ਝੋਟੀਆਂ ਰਹੀਆਂ ਪਹਿਲਾਂ 13 13 14 14 ਕਰਦੀਆਂ ਰਹੀਆਂ। ਠੀਕ ਹੈ। ਹੁਣ ਜੋ ਵੰਡਾ ਸਾਲ ਡੇਢ ਸਾਲ ਹੋ ਗਿਆ ਬੰਦ ਕਰ ਛੜਿਆ। ਬਾਜ਼ਾਰ ਵਾਲਾ ਐਸੇ ਪਾਣੇ ਕੌੜੀ ਖਾਲ ਠੀਕ ਹੈ ਤੇ ਰੋਟੀਆਂ ਤੇ ਚੋਕਰ, ਇਹ ਠੀਕ ਰਹਿੰਦਾ ਇਹ ਠੀਕ ਰਹਿੰਦਾ ਕੰਮ। ਅੱਛਾ ਚਾਚਾ, ਤੁਸੀਂ ਮੁੱਲ ਦੇ ਪੱਠੇ ਪਾਉਂਦੇ ਹੋ, ਅੱਜ ਕੱਲ ਲੋਕਾਂ ਨੂੰ ਮੁੱਲ ਦਾ ਸਾਈਲੇਜ ਵੀ ਮਿਲਦਾ ਹੈ, ਤੇ ਸਾਈਲੇਜ ਸਹੀ ਰਹਿੰਦਾ ਹੈ ਜਾਂ ਪੱਠੇ ਸਹੀ ਰਹਿੰਦੇ ਨੇ? ਕਿਹੜੇ ਸਾਲ ਜਿਹੜਾ ਲੋਕ ਲਿਆਉਂਦੇ ਨੇ ਸੋਇਆ ਦਾ ਤਿਆਰਸ਼ੁਦਾ ਚਾਰਾ ਹੁੰਦਾ ਹੈ, ਦਬ ਕੇ ਲੋਕ ਪਾਉਂਦੇ ਨੇ। ਪਰ ਉਹ ਤੇ ਅਸਾਂ ਪਾਇਆ ਨਹੀਂ, ਤਜਰਬਾ ਨਹੀਂ ਕੀਤਾ ਤੁਸੀਂ? ਨਾ ਅਸਾਂ ਇੱਕ ਦਿਨ ਵੀ ਨਹੀਂ ਪਾਇਆ ਨਾ, ਸਾਨੂੰ ਪਤਾ। ਤੁਸੀਂ ਉਹ ਪਹਿਲੇ ਵਾਲੀ ਰੂਟੀਨ ਤੇ। ਹਾਂ ਬਹੁਤ ਸ਼ੁਕਰੀਆ ਚਾਚਾ, ਚਲੋ। ਤੁਸੀਂ ਬੜੀਆਂ ਗੱਲਾਂ ਦੱਸੀਆਂ ਨੇ, ਅਸੀਂ ਤੁਹਾਨੂੰ ਬੜੀਆਂ ਗੱਲਾਂ ਪੁੱਛੀਆਂ ਨੇ। ਕੋਈ ਆਪਣੀ ਤਰਫੋਂ ਗੱਲ ਨਾਜ਼ਰੀਨ ਦੱਸ ਦਿਓ, ਆਖਰੀ ਗੱਲ ਆਪਣੀ ਤਰਫੋਂ ਜਿਹੜਾ ਕਿਸੇ ਦੇ ਕੰਮ ਆਈਏ, ਕੰਮ ਆਪਣੇ ਤਜਰਬੇ ਦੀ ਬੁਨਿਆਦ ਤੇ। ਤਜਰਬੇ ਤੇ ਪੁੱਤਰ ਆਈ ਅਸੀਂ ਆਏ ਆਖਦੇ ਆ ਜਿਹੜਾ ਨਾ ਜਿਹੜਾ ਚਲੋ ਤੁਸੀਂ ਤੁਰੇ ਹੋ ਇਹ ਕੋਸ਼ਿਸ਼ ਕਰਦੇ ਹੋ ਚਲੋ ਕੋਈ ਫਾਰਮ ਬਣਾਏ ਜੀ। ਹਾਂਜੀ ਹਾਂਜੀ ਤੇ ਸਾਡੇ ਆ ਜਣਾ ਨਾ 90 ਡੰਗਰ ਰੱਖੇ ਸੀ ਠੀਕ ਹੈ। 10 ਜਣੇ ਨੇ ਠੀਕ ਹੈ। ਤੇ ਹੌਲੀ ਹੌਲੀ ਕਿਉਂ ਬੰਦੇ ਜਿਹੜੇ ਨੇ ਨਾ ਨਹੀਂ ਮਿਲਦੇ ਸਹੀ, ਹਾਂਜੀ ਬੰਦੇ ਪੈਸੇ ਲੈਂਦੇ ਨੇ, ਹਾਂਜੀ 4 ਦਿਨ ਬੜਾ ਦੌੜ ਦੌੜ ਕੇ ਕੰਮ ਕਰਦੇ ਨੇ, ਪੈਸੇ ਲੈਂਦੇ ਨੱਸ ਜਾਂਦੇ ਬੰਦੇ। ਠੀਕ ਹੈ। ਇਹ ਦੇਖੋ 41 42 ਮਈਆਂ ਹੁੰਦੀਆਂ ਹਨ, ਠੀਕ ਹੈ। 20 ਗਾਈਆਂ 20 ਗਾਈਆਂ ਜਾ ਵੱਖਰੇ। ਠੀਕ ਹੈ। ਯਾਨੀ ਲੇਬਰ ਦਾ ਮਸਲਾ ਰਹਿੰਦਾ? ਲੇਬਰ ਦਾ ਮਸਲਾ ਰਹਿੰਦਾ, ਲੇਬਰ ਖਲੋਂਦੀ ਨਹੀਂ, ਲੇਬਰ ਬੰਦਾ ਕੋਈ ਲੱਭਦਾ ਕੰਮ ਦਾ। ਇਹ ਕੰਮ ਕਰਨਾ ਤੇ ਫਿਰ ਲੇਬਰ ਦਾ ਮਸਲਾ ਹੱਲ ਕਰਕੇ ਫੇਰ ਕਰੋ, ਫੇਰ ਜਾਂ ਕਰੋ। ਆਪ ਹੀ ਕਰੋ। ਜਾਂ ਆਪ ਹੀ ਕਰੋ। ਇਹ ਤੁਹਾਡਾ ਮਸ਼ਵਰਾ ਹੈ। ਇਹ ਮਸ਼ਵਰਾ। ਬੜੀ ਮਿਹਰਬਾਨੀ ਚਾਚਾ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ।